ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਮੇਜਰ ਧਿਆਨ ਚੰਦ ਜੀ ਦੀ ਜਨਮ ਜਯੰਤੀ ਹੈ ਅਤੇ ਸਾਡਾ ਦੇਸ਼ ਉਨ੍ਹਾਂ ਦੀ ਯਾਦ ਵਿੱਚ ਇਸ ਨੂੰ ਰਾਸ਼ਟਰੀ ਖੇਡ ਦਿਵਸ ਦੇ ਰੂਪ ਵਿੱਚ ਮਨਾਉਂਦਾ ਵੀ ਹੈ। ਮੈਂ ਸੋਚ ਰਿਹਾ ਸੀ ਕਿ ਸ਼ਾਇਦ ਇਸ ਵੇਲੇ ਮੇਜਰ ਧਿਆਨ ਚੰਦ ਜੀ ਦੀ ਆਤਮਾ ਜਿੱਥੇ ਵੀ ਹੋਵੇਗੀ ਬਹੁਤ ਹੀ ਖੁਸ਼ੀ ਦਾ ਅਨੁਭਵ ਕਰਦੀ ਹੋਵੇਗੀ, ਕਿਉਂਕਿ ਦੁਨੀਆ ਵਿੱਚ ਭਾਰਤ ਦੀ ਹਾਕੀ ਦਾ ਡੰਕਾ ਵਜਾਉਣ ਦਾ ਕੰਮ ਧਿਆਨ ਚੰਦ ਜੀ ਦੀ ਹਾਕੀ ਨੇ ਕੀਤਾ ਸੀ ਅਤੇ 4 ਦਹਾਕਿਆਂ ਬਾਅਦ ਲਗਭਗ 41 ਸਾਲ ਤੋਂ ਬਾਅਦ ਭਾਰਤ ਦੇ ਨੌਜਵਾਨਾਂ ਨੇ, ਬੇਟੇ ਅਤੇ ਬੇਟੀਆਂ ਨੇ ਹਾਕੀ ਵਿੱਚ ਇੱਕ ਵਾਰ ਫਿਰ ਤੋਂ ਜਾਨ ਪਾ ਦਿੱਤੀ ਅਤੇ ਕਿੰਨੇ ਹੀ ਤਗਮੇ ਕਿਉਂ ਨਾ ਮਿਲ ਜਾਣ, ਲੇਕਿਨ ਜਦੋਂ ਤੱਕ ਹਾਕੀ ਵਿੱਚ ਤਗਮਾ ਨਹੀਂ ਮਿਲਦਾ, ਭਾਰਤ ਦਾ ਕੋਈ ਵੀ ਨਾਗਰਿਕ ਜਿੱਤ ਦਾ ਆਨੰਦ ਨਹੀਂ ਲੈ ਸਕਦਾ। ਅਤੇ ਇਸ ਵਾਰ ਓਲੰਪਿਕ ਵਿੱਚ ਹਾਕੀ ਦਾ ਤਗਮਾ ਮਿਲਿਆ, 4 ਦਹਾਕਿਆਂ ਤੋਂ ਬਾਅਦ ਮਿਲਿਆ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਮੇਜਰ ਧਿਆਨ ਚੰਦ ਜੀ ਦੇ ਦਿਲ ਅਤੇ ਉਨ੍ਹਾਂ ਦੀ ਆਤਮਾ ਨੂੰ ਉਹ ਜਿੱਥੇ ਹੋਣਗੇ ਉੱਥੇ ਕਿੰਨੀ ਖੁਸ਼ੀ ਹੁੰਦੀ ਹੋਵੇਗੀ। ਧਿਆਨ ਚੰਦ ਜੀ ਦਾ ਪੂਰਾ ਜੀਵਨ ਖੇਡ ਨੂੰ ਸਮਰਪਿਤ ਸੀ ਅਤੇ ਇਸ ਲਈ ਅੱਜ ਜਦੋਂ ਸਾਨੂੰ ਦੇਸ਼ ਦੇ ਨੌਜਵਾਨਾਂ ਵਿੱਚ, ਸਾਡੇ ਬੇਟੇ-ਬੇਟੀਆਂ 'ਚ ਖੇਡ ਦੇ ਪ੍ਰਤੀ ਜੋ ਖਿੱਚ ਨਜ਼ਰ ਆ ਰਹੀ ਹੈ, ਮਾਤਾ-ਪਿਤਾ ਨੂੰ ਵੀ ਬੱਚੇ ਜੇਕਰ ਖੇਡ ਵਿੱਚ ਅੱਗੇ ਜਾ ਰਹੇ ਨੇ ਤਾਂ ਖੁਸ਼ੀ ਹੋ ਰਹੀ ਹੈ। ਇਹ ਜੋ ਲਲਕ ਦਿਖ ਰਹੀ ਹੈ, ਮੈਂ ਸਮਝਦਾ ਇਹੀ ਮੇਜਰ ਧਿਆਨ ਚੰਦ ਜੀ ਨੂੰ ਬਹੁਤ ਵੱਡੀ ਸ਼ਰਧਾਂਜਲੀ ਹੈ। ਸਾਥੀਓ, ਜਦੋਂ ਖੇਡਣ-ਕੁੱਦਣ ਦੀ ਗੱਲ ਹੁੰਦੀ ਹੈ ਤਾਂ ਸੁਭਾਵਿਕ ਹੈ ਸਾਡੇ ਸਾਹਮਣੇ ਪੂਰੀ ਨੌਜਵਾਨ ਪੀੜ੍ਹੀ ਨਜ਼ਰ ਆਉਂਦੀ ਹੈ ਅਤੇ ਜਦੋਂ ਨੌਜਵਾਨ ਪੀੜ੍ਹੀ ਵੱਲ ਗੌਰ ਨਾਲ ਵੇਖਦੇ ਹਾਂ, ਕਿੰਨਾ ਵੱਡਾ ਬਦਲਾਅ ਨਜ਼ਰ ਆ ਰਿਹਾ ਹੈ। ਨੌਜਵਾਨ ਦਾ ਮਨ ਬਦਲ ਚੁੱਕਾ ਹੈ ਅਤੇ ਅੱਜ ਦਾ ਯੁਵਾ ਮਨ ਘਿਸੇ-ਪਿਟੇ ਪੁਰਾਣੇ ਤੌਰ ਤਰੀਕਿਆਂ ਨਾਲੋਂ ਕੁਝ ਨਵਾਂ ਕਰਨਾ ਚਾਹੁੰਦਾ ਹੈ, ਹਟ ਕੇ ਕਰਨਾ ਚਾਹੁੰਦਾ ਹੈ। ਅੱਜ ਦਾ ਨੌਜਵਾਨ ਮਨ ਬਣੇ-ਬਣਾਏ ਰਸਤਿਆਂ 'ਤੇ ਚੱਲਣਾ ਨਹੀਂ ਚਾਹੁੰਦਾ, ਉਹ ਨਵੇਂ ਰਸਤੇ ਬਣਾਉਣਾ ਚਾਹੁੰਦਾ ਹੈ, ਅਨਨੋਨ ਜਗ੍ਹਾ 'ਤੇ ਕਦਮ ਰੱਖਣਾ ਚਾਹੁੰਦਾ ਹੈ। ਮੰਜ਼ਿਲ ਵੀ ਨਵੀਂ, ਟੀਚੇ ਵੀ ਨਵੇਂ, ਰਾਹ ਵੀ ਨਵੇਂ ਅਤੇ ਚਾਹ ਵੀ ਨਵੇਂ। ਜੇਕਰ ਇੱਕ ਵਾਰ ਮਨ ਵਿੱਚ ਠਾਣ ਲੈਂਦਾ ਹੈ ਨਾ ਨੌਜਵਾਨ, ਜੀ-ਜਾਨ ਨਾਲ ਜੁਟ ਜਾਂਦਾ ਹੈ, ਦਿਨ-ਰਾਤ ਮਿਹਨਤ ਕਰ ਰਿਹਾ ਹੈ। ਅਸੀਂ ਵੇਖਦੇ ਹਾਂ ਅਜੇ ਕੁਝ ਸਮਾਂ ਪਹਿਲਾਂ ਹੀ ਭਾਰਤ ਨੇ ਆਪਣੇ ਸਪੇਸ ਸੈਕਟਰ ਨੂੰ ਓਪਨ ਕੀਤਾ ਅਤੇ ਵੇਖਦਿਆਂ ਹੀ ਵੇਖਦਿਆਂ ਨੌਜਵਾਨ ਪੀੜ੍ਹੀ ਨੇ ਉਸ ਮੌਕੇ ਨੂੰ ਪਕੜ ਲਿਆ ਅਤੇ ਇਸ ਦਾ ਲਾਭ ਉਠਾਉਣ ਦੇ ਲਈ ਕਾਲਜਾਂ ਦੇ ਸਟੂਡੈਂਟਸ, ਯੂਨੀਵਰਸਿਟੀ, ਪ੍ਰਾਈਵੇਟ ਸੈਕਟਰ ਵਿੱਚ ਕੰਮ ਕਰਨ ਵਾਲੇ ਨੌਜਵਾਨ ਵੱਧ-ਚੜ੍ਹ ਕੇ ਅੱਗੇ ਆਏ ਨੇ ਅਤੇ ਮੈਨੂੰ ਪੱਕਾ ਭਰੋਸਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਬਹੁਤ ਵੱਡੀ ਗਿਣਤੀ ਅਜਿਹੇ ਸੈਟੇਲਾਈਟਸ ਦੀ ਹੋਵੇਗੀ ਜਿਨ੍ਹਾਂ ਉੱਪਰ ਸਾਡੇ ਨੌਜਵਾਨਾਂ ਨੇ, ਸਾਡੇ ਵਿਦਿਆਰਥੀਆਂ ਨੇ, ਸਾਡੇ ਕਾਲਜਜ਼ ਨੇ, ਸਾਡੀਆਂ ਯੂਨੀਵਰਸਿਟੀਜ਼ ਨੇ, ਲੈਬ ਵਿੱਚ ਕੰਮ ਕਰਨ ਵਾਲੇ ਸਟੂਡੈਂਟਸ ਨੇ ਕੰਮ ਕੀਤਾ ਹੋਵੇਗਾ। ਇਸੇ ਤਰ੍ਹਾਂ ਅੱਜ ਜਿੱਥੇ ਵੀ ਵੇਖੋ, ਕਿਸੇ ਵੀ ਪਰਿਵਾਰ 'ਚ ਜਾਓ, ਕਿੰਨਾ ਹੀ ਸਮ੍ਰਿੱਧ ਪਰਿਵਾਰ ਹੋਵੇ, ਪੜ੍ਹਿਆ-ਲਿਖਿਆ ਪਰਿਵਾਰ ਹੋਵੇ, ਲੇਕਿਨ ਜੇਕਰ ਪਰਿਵਾਰ ਵਿੱਚ ਨੌਜਵਾਨ ਨਾਲ ਗੱਲ ਕਰੋ ਤਾਂ ਉਹ ਕੀ ਕਹਿੰਦਾ ਹੈ? ਉਹ ਆਪਣੀਆਂ ਪਰਿਵਾਰਕ ਰਵਾਇਤਾਂ ਤੋਂ ਹਟ ਕੇ ਕਹਿੰਦਾ ਹੈ, ਮੈਂ ਤਾਂ ਸਟਾਰਟਅਪ ਕਰਾਂਗਾ, ਸਟਾਰਟਅਪਸ ਵਿੱਚ ਚਲਾ ਜਾਵਾਂਗਾ। ਯਾਨੀ ਰਿਸਕ ਲੈਣ ਲਈ ਉਸ ਦਾ ਮਨ ਉਛਲ ਰਿਹਾ ਹੈ। ਅੱਜ ਛੋਟੇ-ਛੋਟੇ ਸ਼ਹਿਰਾਂ ਵਿੱਚ ਵੀ ਸਟਾਰਟਅਪ ਕਲਚਰ ਦਾ ਵਿਸਥਾਰ ਹੋ ਰਿਹਾ ਹੈ ਅਤੇ ਮੈਂ ਉਸ ਵਿੱਚ ਰੌਸ਼ਨ ਭਵਿੱਖ ਦੇ ਸੰਕੇਤ ਵੇਖ ਰਿਹਾ। ਅਜੇ ਕੁਝ ਦਿਨ ਪਹਿਲਾਂ ਹੀ ਸਾਡੇ ਦੇਸ਼ ਵਿੱਚ ਖਿਡੌਣਿਆਂ ਦੀ ਚਰਚਾ ਹੁੰਦੀ ਸੀ। ਵੇਖਦਿਆਂ ਹੀ ਵੇਖਦਿਆਂ ਜਦੋਂ ਸਾਡੇ ਨੌਜਵਾਨਾਂ ਦੇ ਧਿਆਨ ਵਿੱਚ ਇਹ ਵਿਸ਼ਾ ਆਇਆ, ਉਨ੍ਹਾਂ ਨੇ ਵੀ ਮਨ ਵਿੱਚ ਠਾਣ ਲਿਆ ਕਿ ਦੁਨੀਆ ਵਿੱਚ ਭਾਰਤ ਦੇ ਖਿਡੌਣਿਆਂ ਦੀ ਪਛਾਣ ਕਿਵੇਂ ਬਣੇ ਅਤੇ ਨਵੇਂ-ਨਵੇਂ ਪ੍ਰਯੋਗ ਕਰ ਰਹੇ ਨੇ ਅਤੇ ਦੁਨੀਆ ਵਿੱਚ ਖਿਡੌਣਿਆਂ ਦੀ ਬਹੁਤ ਵੱਡੀ ਮਾਰਕੀਟ ਹੈ, 6-7 ਲੱਖ ਕਰੋੜ ਦੀ ਮਾਰਕੀਟ ਹੈ। ਅੱਜ ਭਾਰਤ ਦਾ ਹਿੱਸਾ ਬਹੁਤ ਘੱਟ ਹੈ, ਲੇਕਿਨ ਖਿਡੌਣੇ ਕਿਵੇਂ ਬਣਾਉਣੇ, ਖਿਡੌਣਿਆਂ ਦੀ ਵਿਭਿੰਨਤਾ ਕੀ ਹੋਵੇ, ਖਿਡੌਣਿਆਂ ਵਿੱਚ ਟੈਕਨੋਲੋਜੀ ਕੀ ਹੋਵੇ, ਚਾਈਲਡ ਸਾਈਕੋਲੋਜੀ ਦੇ ਅਨੁਰੂਪ ਖਿਡੌਣੇ ਕਿਵੇਂ ਹੋਣ, ਅੱਜ ਸਾਡੇ ਦੇਸ਼ ਦਾ ਨੌਜਵਾਨ ਉਸ ਪਾਸੇ ਧਿਆਨ ਕੇਂਦਰਿਤ ਕਰ ਰਿਹਾ ਹੈ, ਕੁਝ ਕੰਟਰੀਬਿਊਟ ਕਰਨਾ ਚਾਹੁੰਦਾ ਹੈ। ਸਾਥੀਓ, ਇੱਕ ਹੋਰ ਗੱਲ ਜੋ ਮਨ ਨੂੰ ਖੁਸ਼ੀਆਂ ਨਾਲ ਭਰ ਵੀ ਦਿੰਦੀ ਹੈ ਅਤੇ ਵਿਸ਼ਵਾਸ ਨੂੰ ਹੋਰ ਮਜ਼ਬੂਤ ਵੀ ਕਰਦੀ ਹੈ, ਅਤੇ ਉਹ ਕੀ ਹੈ? ਕਦੇ ਤੁਸੀਂ ਗੌਰ ਕੀਤਾ ਹੈ? ਆਮ ਤੌਰ 'ਤੇ ਸਾਡੇ ਇੱਥੇ ਸੁਭਾਅ ਬਣ ਚੁੱਕਿਆ ਸੀ, ਹੁੰਦਾ ਹੈ, ਚਲੋ ਯਾਰ ਚੱਲਦਾ ਹੈ, ਲੇਕਿਨ ਮੈਂ ਵੇਖ ਰਿਹਾ ਕਿ ਮੇਰੇ ਦੇਸ਼ ਦਾ ਯੁਵਾ ਮਨ ਹੁਣ ਸਰਵੋਤਮ ਦੇ ਵੱਲ ਆਪਣੇ ਆਪ ਨੂੰ ਕੇਂਦਰਿਤ ਕਰ ਰਿਹਾ ਹੈ, ਸਰਵੋਤਮ ਕਰਨਾ ਚਾਹੁੰਦਾ ਹੈ, ਸਰਵੋਤਮ ਤਰੀਕੇ ਨਾਲ ਕਰਨਾ ਚਾਹੁੰਦਾ ਹੈ। ਇਹ ਵੀ ਰਾਸ਼ਟਰ ਦੀ ਬਹੁਤ ਵੱਡੀ ਸ਼ਕਤੀ ਬਣ ਕੇ ਉੱਭਰੇਗਾ। ਸਾਥੀਓ,
ਇਸ ਵਾਰੀ ਓਲੰਪਿਕਸ ਨੇ ਬਹੁਤ ਵੱਡਾ ਪ੍ਰਭਾਵ ਪੈਦਾ ਕੀਤਾ ਹੈ। ਓਲੰਪਿਕ ਦੇ ਖੇਡ ਪੂਰੇ ਹੋਣ ਤੋਂ ਬਾਅਦ ਹੁਣ ਪੈਰਾ ਓਲੰਪਿਕਸ ਚੱਲ ਰਿਹਾ ਹੈ। ਦੇਸ਼ ਨੂੰ ਸਾਡੇ ਇਸ ਖੇਡ ਜਗਤ ਵਿੱਚ ਜੋ ਕੁਝ ਵੀ ਹੋਇਆ, ਵਿਸ਼ਵ ਦੀ ਤੁਲਨਾ ਵਿੱਚ ਭਾਵੇਂ ਘੱਟ ਹੋਏਗਾ, ਲੇਕਿਨ ਵਿਸ਼ਵਾਸ ਭਰਨ ਲਈ ਤਾਂ ਬਹੁਤ ਕੁਝ ਹੋਇਆ। ਅੱਜ ਨੌਜਵਾਨ ਸਿਰਫ ਸਪੋਰਟਸ ਦੇ ਵੱਲ ਹੀ ਵੇਖ ਰਿਹਾ ਹੈ, ਅਜਿਹਾ ਨਹੀਂ ਹੈ, ਲੇਕਿਨ ਉਹ ਉਸ ਨਾਲ ਜੁੜੀਆਂ ਸੰਭਾਵਨਾਵਾਂ ਨੂੰ ਵੀ ਵੇਖ ਰਿਹਾ ਹੈ। ਉਸ ਦੇ ਪੂਰੇ ਈਕੋਸਿਸਟਮ ਨੂੰ ਬਹੁਤ ਬਰੀਕੀ ਨਾਲ ਵੇਖ ਰਿਹਾ ਹੈ, ਉਸ ਦੀ ਸਮਰੱਥਾ ਨੂੰ ਸਮਝ ਰਿਹਾ ਹੈ ਅਤੇ ਕਿਸੇ ਨਾ ਕਿਸੇ ਰੂਪ ਵਿੱਚ ਖੁਦ ਨੂੰ ਜੋੜਨਾ ਵੀ ਚਾਹੁੰਦਾ ਹੈ। ਹੁਣ ਉਹ ਕਨਵੈਨਸ਼ਨਲ ਚੀਜ਼ਾਂ ਤੋਂ ਅੱਗੇ ਜਾ ਕੇ ਨਿਊ ਡਿਸਿਪਲਿਨਸ ਨੂੰ ਅਪਣਾ ਰਿਹਾ ਹੈ। ਅਤੇ ਮੇਰੇ ਦੇਸ਼ਵਾਸੀਓ, ਜਦੋਂ ਇੰਨਾ ਮੋਮੈਂਟਮ ਆਇਆ ਹੈ, ਹਰ ਪਰਿਵਾਰ ਵਿੱਚ ਖੇਡ ਦੀ ਚਰਚਾ ਸ਼ੁਰੂ ਹੋਈ ਹੈ। ਤੁਸੀਂ ਵੀ ਦੱਸੋ ਮੈਨੂੰ, ਕੀ ਇਹ ਮੋਮੈਂਟਮ ਨੂੰ ਠਹਿਰਨ ਦੇਣਾ ਚਾਹੀਦਾ ਹੈ, ਰੁਕਣ ਦੇਣਾ ਚਾਹੀਦਾ ਹੈ? ਜੀ ਨਹੀਂ, ਤੁਸੀਂ ਵੀ ਮੇਰੇ ਵਾਂਗ ਹੀ ਸੋਚਦੇ ਹੋਵੋਗੇ। ਹੁਣ ਦੇਸ਼ ਵਿੱਚ ਖੇਡਣ-ਕੁੱਦਣ, ਸਪੋਰਟਸਮੈਨ ਸਪਿਰਿਟ ਹੁਣ ਰੁਕਣਾ ਨਹੀਂ ਹੈ। ਇਸ ਮੋਮੈਂਟਮ ਨੂੰ ਪਰਿਵਾਰਕ ਜੀਵਨ ਵਿੱਚ, ਸਮਾਜਿਕ ਜੀਵਨ ਵਿੱਚ, ਰਾਸ਼ਟਰ ਜੀਵਨ ਵਿੱਚ ਸਥਾਈ ਬਣਾਉਣਾ ਹੈ, ਊਰਜਾ ਨਾਲ ਭਰ ਦੇਣਾ ਹੈ, ਨਿਰੰਤਰ ਨਵੀਂ ਊਰਜਾ ਨਾਲ ਭਰਨਾ ਹੈ। ਘਰ ਹੋਵੇ, ਬਾਹਰ ਹੋਵੇ, ਪਿੰਡ ਹੋਵੇ, ਸ਼ਹਿਰ ਹੋਵੇ, ਸਾਡੇ ਖੇਡ ਦੇ ਮੈਦਾਨ ਭਰੇ ਹੋਏ ਹੋਣੇ ਚਾਹੀਦੇ ਨੇ। ਸਾਰੇ ਖੇਡਣ, ਸਾਰੇ ਖੇਡਣ। ਅਤੇ ਤੁਹਾਨੂੰ ਯਾਦ ਹੈ ਨਾ, ਮੈਂ ਲਾਲ ਕਿਲ੍ਹੇ ਤੋਂ ਕਿਹਾ ਸੀ, ਸਭ ਕਾ ਪ੍ਰਯਾਸ। ਜੀ ਹਾਂ, ਸਭ ਦੀ ਕੋਸ਼ਿਸ਼। ਸਭ ਦੀ ਕੋਸ਼ਿਸ਼ ਨਾਲ ਹੀ ਭਾਰਤ ਖੇਡਾਂ ਵਿੱਚ ਉਹ ਉਚਾਈ ਪ੍ਰਾਪਤ ਕਰ ਸਕੇਗਾ ਜਿਸ ਦਾ ਉਹ ਹੱਕਦਾਰ ਹੈ। ਮੇਜਰ ਧਿਆਨ ਚੰਦ ਜੀ ਵਰਗੇ ਲੋਕਾਂ ਨੇ ਜੋ ਰਾਹ ਦੱਸਿਆ ਹੈ, ਉਸ ਦੇ ਅੱਗੇ ਵਧਣਾ ਸਾਡੀ ਜ਼ਿੰਮੇਵਾਰੀ ਹੈ। ਵਰ੍ਹਿਆਂ ਬਾਅਦ ਦੇਸ਼ ਵਿੱਚ ਅਜਿਹਾ ਕਾਲਖੰਡ ਆਇਆ ਹੈ ਅਤੇ ਖੇਡਾਂ ਦੇ ਪ੍ਰਤੀ ਪਰਿਵਾਰ ਹੋਵੇ, ਸਮਾਜ ਹੋਵੇ, ਰਾਜ ਹੋਵੇ, ਰਾਸ਼ਟਰ ਹੋਵੇ, ਇੱਕ ਮਨ ਨਾਲ ਸਾਰੇ ਲੋਕ ਜੁੜ ਰਹੇ ਨੇ। ਮੇਰੇ ਪਿਆਰੇ ਨੌਜਵਾਨੋ, ਸਾਨੂੰ ਇਸ ਮੌਕੇ ਦਾ ਫਾਇਦਾ ਉਠਾਉਂਦਿਆਂ ਹੋਇਆਂ ਵੱਖ-ਵੱਖ ਤਰ੍ਹਾਂ ਦੇ ਸਪੋਰਟਸ ਵਿੱਚ ਮੁਹਾਰਤ ਵੀ ਹਾਸਲ ਕਰਨੀ ਚਾਹੀਦੀ ਹੈ। ਪਿੰਡ-ਪਿੰਡ ਖੇਡਾਂ ਦੇ ਮੁਕਾਬਲੇ ਨਿਰੰਤਰ ਚੱਲਦੇ ਰਹਿਣੇ ਚਾਹੀਦੇ ਨੇ। ਮੁਕਾਬਲਿਆਂ ਨਾਲ ਹੀ ਖੇਡ ਵਿਸਥਾਰ ਹੁੰਦਾ ਹੈ, ਖੇਡ ਵਿਕਾਸ ਹੁੰਦਾ ਹੈ, ਖਿਡਾਰੀ ਵੀ ਉਸੇ ਵਿੱਚੋਂ ਨਿਕਲਦੇ ਨੇ। ਆਓ ਅਸੀਂ ਸਾਰੇ ਦੇਸ਼ਵਾਸੀ ਇਸ ਮੋਮੈਂਟਮ ਨੂੰ ਜਿੰਨਾ ਅੱਗੇ ਵਧਾ ਸਕਦੇ ਹਾਂ, ਜਿੰਨਾ ਯੋਗਦਾਨ ਅਸੀਂ ਦੇ ਸਕਦੇ ਹਾਂ, ਸਭ ਕਾ ਪ੍ਰਯਾਸ ਇਸ ਮੰਤਰ ਨਾਲ ਸਾਕਾਰ ਕਰਕੇ ਵਿਖਾਈਏ। ਮੇਰੇ ਪਿਆਰੇ ਦੇਸ਼ਵਾਸੀਓ, ਕੱਲ੍ਹ ਜਨਮ ਅਸ਼ਟਮੀ ਦਾ ਮਹਾਪੁਰਬ ਵੀ ਹੈ। ਜਨਮ ਅਸ਼ਟਮੀ ਦਾ ਇਹ ਪੁਰਬ, ਯਾਨੀ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਦਾ ਪੁਰਬ। ਅਸੀਂ ਭਗਵਾਨ ਦੇ ਸਾਰੇ ਰੂਪਾਂ ਨਾਲ ਜਾਣੂ ਹਾਂ। ਨਟਖਟ ਕਨ੍ਹੱਈਆ ਤੋਂ ਲੈ ਕੇ ਵਿਰਾਟ ਰੂਪ ਧਾਰਨ ਕਰਨ ਵਾਲੇ ਕ੍ਰਿਸ਼ਨ ਤੱਕ, ਸ਼ਾਸਤਰ ਸਮਰੱਥਾ ਤੋਂ ਲੈ ਕੇ ਸ਼ਸਤਰ ਸਮਰੱਥਾ ਵਾਲੇ ਕ੍ਰਿਸ਼ਨ ਤੱਕ, ਕਲਾ ਹੋਵੇ, ਸੁੰਦਰਤਾ ਹੋਵੇ, ਮਿਠਾਸ ਹੋਵੇ, ਕਿੱਥੇ-ਕਿੱਥੇ ਕ੍ਰਿਸ਼ਨ ਹੈ। ਲੇਕਿਨ ਇਹ ਗੱਲਾਂ ਮੈਂ ਇਸ ਲਈ ਕਰ ਰਿਹਾ ਕਿ ਜਨਮ ਅਸ਼ਟਮੀ ਤੋਂ ਕੁਝ ਦਿਨ ਪਹਿਲਾਂ ਮੈਂ ਇੱਕ ਅਜਿਹੇ ਦਿਲਚਸਪ ਅਨੁਭਵ ਤੋਂ ਗੁਜ਼ਰਿਆ ਤਾਂ ਮੇਰਾ ਮਨ ਕਰਦਾ ਹੈ ਕਿ ਇਹ ਗੱਲਾਂ ਮੈਂ ਤੁਹਾਡੇ ਨਾਲ ਕਰਾਂ। ਤੁਹਾਨੂੰ ਯਾਦ ਹੋਵੇਗਾ ਕਿ ਇਸ ਮਹੀਨੇ ਦੀ 20 ਤਾਰੀਖ ਨੂੰ ਭਗਵਾਨ ਸੋਮਨਾਥ ਮੰਦਿਰ ਨਾਲ ਜੁੜੇ ਨਿਰਮਾਣ ਕਾਰਜਾਂ ਦਾ ਲੋਕ ਅਰਪਣ ਕੀਤਾ ਗਿਆ। ਸੋਮਨਾਥ ਮੰਦਿਰ ਤੋਂ 3-4 ਕਿਲੋਮੀਟਰ ਦੂਰੀ ਤੇ ਹੀ ਭਾਲਕਾ ਤੀਰਥ, ਇਹ ਭਾਲਕਾ ਤੀਰਥ ਉਹ ਹੈ ਜਿੱਥੇ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਧਰਤੀ ਤੇ ਆਪਣੇ ਅੰਤਿਮ ਪਲ ਬਿਤਾਏ ਸਨ। ਇੱਕ ਤਰ੍ਹਾਂ ਨਾਲ ਇਸ ਲੋਕ ਦੀਆਂ ਉਨ੍ਹਾਂ ਦੀਆਂ ਲੀਲਾਵਾਂ ਦਾ ਇੱਥੇ ਸਮਾਪਨ ਹੋਇਆ ਸੀ। ਸੋਮਨਾਥ ਟਰੱਸਟ ਦੁਆਰਾ ਉਸ ਸਾਰੇ ਖੇਤਰ ਵਿੱਚ ਵਿਕਾਸ ਦੇ ਬਹੁਤ ਸਾਰੇ ਕੰਮ ਚੱਲ ਰਹੇ ਨੇ। ਮੈਂ ਭਾਲਕਾ ਤੀਰਥ ਅਤੇ ਉੱਥੇ ਹੋ ਰਹੇ ਕਾਰਜਾਂ ਦੇ ਬਾਰੇ ਸੋਚ ਹੀ ਰਿਹਾ ਸੀ ਕਿ ਮੇਰੀ ਨਜ਼ਰ ਇੱਕ ਸੋਹਣੀ ਜਿਹੀ ਆਰਟ ਬੁੱਕ 'ਤੇ ਪਈ। ਇਹ ਕਿਤਾਬ ਮੇਰੀ ਰਿਹਾਇਸ਼ ਦੇ ਬਾਹਰ ਕੋਈ ਮੇਰੇ ਲਈ ਛੱਡ ਕੇ ਗਿਆ ਸੀ। ਇਸ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਅਨੇਕਾਂ ਰੂਪ, ਅਨੇਕਾਂ ਆਲੀਸ਼ਾਨ ਤਸਵੀਰਾਂ ਸਨ। ਬੜੀਆਂ ਮਨਮੋਹਕ ਤਸਵੀਰਾਂ ਸਨ ਅਤੇ ਬੜੀਆਂ ਮੀਨਿੰਗਫੁਲ ਤਸਵੀਰਾਂ ਵੀ। ਮੈਂ ਕਿਤਾਬ ਦੇ ਸਫ਼ੇ ਉਲਟਣੇ ਸ਼ੁਰੂ ਕੀਤੇ ਤਾਂ ਮੇਰੀ ਜਿਗਿਆਸਾ ਜ਼ਰਾ ਹੋਰ ਵੱਧ ਗਈ। ਜਦੋਂ ਮੈਂ ਇਸ ਕਿਤਾਬ ਅਤੇ ਉਹਨਾਂ ਸਾਰੇ ਚਿੱਤਰਾਂ ਨੂੰ ਵੇਖਿਆ ਅਤੇ ਉਸ 'ਤੇ ਮੇਰੇ ਲਈ ਲਿਖਿਆ ਇੱਕ ਸੁਨੇਹਾ ਜਦੋਂ ਉਹ ਪੜ੍ਹਿਆ ਤਾਂ ਮੇਰਾ ਮਨ ਕੀਤਾ ਕਿ ਉਹਨਾਂ ਨੂੰ ਮੈਂ ਮਿਲਾਂ, ਜੋ ਇਹ ਕਿਤਾਬ ਮੇਰੇ ਘਰ ਦੇ ਬਾਹਰ ਛੱਡ ਕੇ ਚਲੇ ਗਏ ਨੇ। ਮੈਨੂੰ ਉਹਨਾਂ ਨੂੰ ਮਿਲਣਾ ਚਾਹੀਦਾ ਅਤੇ ਮੇਰੇ ਆਫਿਸ ਨੇ ਉਹਨਾਂ ਨੂੰ ਸੰਪਰਕ ਕੀਤਾ। ਦੂਸਰੇ ਹੀ ਦਿਨ ਉਹਨਾਂ ਨੂੰ ਮਿਲਣ ਦੇ ਲਈ ਬੁਲਾਇਆ ਅਤੇ ਮੇਰੀ ਜਿਗਿਆਸਾ ਇੰਨੀ ਸੀ, ਆਰਟ ਬੁੱਕ ਨੂੰ ਵੇਖ ਕੇ, ਸ਼੍ਰੀ ਕ੍ਰਿਸ਼ਨ ਦੇ ਵੱਖ-ਵੱਖ ਰੂਪਾਂ ਨੂੰ ਵੇਖ ਕੇ, ਇਸੇ ਜਿਗਿਆਸਾ ਵਿੱਚ ਮੇਰੀ ਮੁਲਾਕਾਤ ਹੋਈ
ਜਦੁਰਾਨੀ ਦਾਸੀ ਜੀ ਨਾਲ। ਉਹ ਅਮਰੀਕਨ ਹੈ, ਜਨਮ ਅਮਰੀਕਾ ਵਿੱਚ ਹੋਇਆ, ਪਾਲਣ-ਪੋਸ਼ਣ ਅਮਰੀਕਾ ਵਿੱਚ ਹੋਇਆ। ਜਦੁਰਾਨੀ ਦਾਸੀ ਜੀ ਇਸਕੌਨ ਨਾਲ ਜੁੜੀ ਹੈ, ਹਰੇ ਕ੍ਰਿਸ਼ਨਾ ਮੂਵਮੈਂਟ ਨਾਲ ਜੁੜੀ ਹੋਈ ਹੈ ਅਤੇ ਉਹਨਾਂ ਦੀ ਬਹੁਤ ਵੱਡੀ ਵਿਸ਼ੇਸ਼ਤਾ ਹੈ, ਭਗਤੀ ਆਰਟਸ ਵਿੱਚ ਉਹ ਨਿਪੁੰਨ ਨੇ। ਤੁਸੀਂ ਜਾਣਦੇ ਹੋ, ਹੁਣੇ 2 ਦਿਨ ਬਾਅਦ ਹੀ 1 ਸਤੰਬਰ ਨੂੰ ਇਸਕੌਨ ਦੇ ਸੰਸਥਾਪਕ ਸ਼੍ਰੀਲ ਪ੍ਰਭੂਪਾਦ ਸਵਾਮੀ ਜੀ ਦੀ 125ਵੀਂ ਜਯੰਤੀ ਹੈ। ਜਦੁਰਾਨੀ ਦਾਸੀ ਜੀ ਇਸ ਸਿਲਸਿਲੇ ਵਿੱਚ ਭਾਰਤ ਆਏ ਸੀ। ਮੇਰੇ ਸਾਹਮਣੇ ਵੱਡਾ ਸਵਾਲ ਇਹ ਸੀ ਕਿ ਜਿਨ੍ਹਾਂ ਦਾ ਜਨਮ ਅਮਰੀਕਾ ਵਿੱਚ ਹੋਇਆ, ਜੋ ਭਾਰਤੀ ਭਾਵਾਂ ਤੋਂ ਇੰਨਾ ਦੂਰ ਰਹੀ, ਉਹ ਆਖਿਰ ਕਿਵੇਂ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਇੰਨੇ ਮਨਮੋਹਕ ਚਿੱਤਰ ਬਣਾ ਲੈਂਦੀ ਹੈ। ਮੇਰੀ ਉਹਨਾਂ ਨਾਲ ਲੰਬੀ ਗੱਲਬਾਤ ਹੋਈ ਸੀ, ਲੇਕਿਨ ਮੈਂ ਤੁਹਾਨੂੰ ਉਸ ਦਾ ਕੁਝ ਹਿੱਸਾ ਸੁਣਾਉਣਾ ਚਾਹੁੰਦਾ। ਜਦੁਰਾਨੀ ਜੀ, ਹਰੇ ਕ੍ਰਿਸ਼ਨਾ। ਮੈਂ ਭਗਤੀ ਆਰਟ ਬਾਰੇ ਥੋੜ੍ਹਾ ਪੜ੍ਹਿਆ, ਪਰ ਸਾਡੇ ਸਰੋਤਿਆਂ ਨੂੰ ਤੁਸੀਂ ਇਹਦੇ ਬਾਰੇ ਹੋਰ ਜਾਣਕਾਰੀ ਦਿਓ। ਇਹਦੇ ਪ੍ਰਤੀ ਤੁਹਾਡਾ ਪਿਆਰ ਤੇ ਰੁਚੀ ਮਹਾਨ ਹੈ। So, Bhakti art, we have one article in the Bhakti Art Illuminations which explains how this art is not coming from the mind or imagination, but it's from the ancient Vedic scriptures like Brahma Samhita, Venum Karaini Patitam Skalitam Sikanda, from the Goswamis of Vrindavan, from Lord Brahma himself, Ishvara Paramakrishna Sachidananda Vigraha, how he carries a flute, how all of his senses can act for any other sense. And Srimad Bhagavatam, Varaha Bitang Natavaravapum Karnayo Karnikaram, everything. He wears a karnikar flower on his ear. He makes the impressions of his lotus feet all over the land of Vrindavan. The cowherd boys sing of his glories. His flute attracts the hearts and minds of all fortunate beings. So everything is from the ancient Vedic scriptures. And the power of the scriptures, which are coming from transcendental personalities, and the pure devotees who are bringing it, the art has their power, and that's why it's transformational. It's not my power at all. ਜਦੁਰਾਨੀ ਜੀ, ਮੈਂ ਤੁਹਾਡੇ ਕੋਲੋਂ ਇੱਕ ਵੱਖਰੇ ਤਰ੍ਹਾਂ ਦਾ ਪ੍ਰਸ਼ਨ ਪੁੱਛਣਾ ਹੈ। ਇੱਕ ਤਰ੍ਹਾਂ ਨਾਲ 1966 ਤੋਂ ਅਤੇ ਸਰੀਰਕ ਰੂਪ ਵਿੱਚ 1976 ਤੋਂ ਤੁਸੀਂ ਲੰਬੇ ਸਮੇਂ ਤੋਂ ਭਾਰਤ ਨਾਲ ਜੁੜੇ ਹੋਏ ਹੋ। ਕੀ ਤੁਸੀਂ ਮੈਨੂੰ ਦੱਸੋਗੇ ਕਿ ਭਾਰਤ ਦਾ ਤੁਹਾਡੇ ਲਈ ਕੀ ਅਰਥ ਹੈ? Prime Minister Ji, India means everything to me. I was mentioning, I think, to the Honorable President a few days ago that India has come up so much in technical advancement and following the West very well with Twitter and Instagram and iPhones and big buildings and so much facility. But I know that that's not the real glory of India. What makes India glorious is the fact that Krishna himself, the Avatari, appeared here. And all the avatars appeared here. Lord Shiva appeared here. Lord Ram appeared here. All the holy rivers are here. All the holy places of Vaishnava culture are here. And so India, especially Vrindavan, is the most important place in the universe. Vrindavan is the source of all the Vaikuntha planets, the source of Dwarka, the source of the whole material creation. So I love India. ਧੰਨਵਾਦ ਜਦੁਰਾਨੀ ਜੀ। ਹਰੇ ਕ੍ਰਿਸ਼ਨਾ। ਸਾਥੀਓ, ਦੁਨੀਆ ਦੇ ਲੋਕ ਅੱਜ ਜਦੋਂ ਭਾਰਤੀ ਅਧਿਆਤਮ ਤੇ ਦਰਸ਼ਨ ਦੇ ਬਾਰੇ ਇੰਨਾ ਕੁਝ ਸੋਚਦੇ ਨੇ, ਤਾਂ ਸਾਡੀ ਵੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੀਆਂ ਇਨ੍ਹਾਂ ਮਹਾਨ ਪਰੰਪਰਾਵਾਂ ਨੂੰ ਅੱਗੇ ਲੈ ਕੇ ਜਾਈਏ। ਜੋ ਸਮੇਂ ਤੋਂ ਬਾਹਰ ਹੈ, ਉਸ ਨੂੰ ਛੱਡਣਾ ਹੀ ਹੈ, ਲੇਕਿਨ ਜੋ ਕਾਲ ਤੋਂ ਪਰ੍ਹਾਂ ਹੈ, ਉਸ ਨੂੰ ਅੱਗੇ ਵੀ ਲੈ ਜਾਣਾ ਹੈ। ਅਸੀਂ ਆਪਣੇ ਪੁਰਬ ਮਨਾਈਏ, ਉਹਨਾਂ ਦੇ ਵਿਗਿਆਨ ਨੂੰ ਸਮਝੀਏ, ਉਸ ਦੇ ਪਿੱਛੇ ਦੇ ਅਰਥ ਨੂੰ ਸਮਝੀਏ। ਇੰਨਾ ਹੀ ਨਹੀਂ, ਹਰ ਪੁਰਬ ਵਿੱਚ ਕੋਈ ਨਾ ਕੋਈ ਸੰਦੇਸ਼ ਹੈ, ਕੋਈ ਨਾ ਕੋਈ ਸੰਸਕਾਰ ਹੈ। ਅਸੀਂ ਇਸ ਨੂੰ ਜਾਣਨਾ ਵੀ ਹੈ, ਜੀਣਾ ਵੀ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਵਿਰਾਸਤ ਦੇ ਰੂਪ ਵਿੱਚ ਉਸ ਨੂੰ ਅੱਗੇ ਵਧਾਉਣਾ ਵੀ ਹੈ। ਮੈਂ ਇੱਕ ਵਾਰ ਫਿਰ ਸਾਰੇ ਦੇਸ਼ਵਾਸੀਆਂ ਨੂੰ ਜਨਮ ਅਸ਼ਟਮੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ। ਮੇਰੇ ਪਿਆਰੇ ਦੇਸ਼ਵਾਸੀਓ, ਇਸ ਕੋਰੋਨਾ ਕਾਲਖੰਡ ਵਿੱਚ ਸਵੱਛਤਾ ਦੇ ਵਿਸ਼ੇ 'ਚ ਮੈਨੂੰ ਜਿੰਨੀਆਂ ਗੱਲਾਂ ਕਰਨੀਆਂ ਚਾਹੀਦੀਆਂ ਸਨ, ਲੱਗਦਾ ਹੈ ਸ਼ਾਇਦ ਉਸ ਵਿੱਚ ਕੁਝ ਕਮੀ ਆ ਗਈ ਸੀ।
ਮੈਨੂੰ ਵੀ ਲੱਗਦਾ ਹੈ ਕਿ ਸਵੱਛਤਾ ਦੀ ਮੁਹਿੰਮ ਨੂੰ ਅਸੀਂ ਰੱਤੀ ਭਰ ਵੀ ਓਝਲ ਨਹੀਂ ਹੋਣ ਦੇਣਾ ਹੈ। ਰਾਸ਼ਟਰ ਨਿਰਮਾਣ ਦੇ ਲਈ ਸਭ ਦੀ ਕੋਸ਼ਿਸ਼ ਕਿਵੇਂ ਸਭ ਦਾ ਵਿਕਾਸ ਕਰਦੀ ਹੈ, ਇਸ ਦੇ ਉਦਾਹਰਣ ਸਾਨੂੰ ਪ੍ਰੇਰਣਾ ਵੀ ਦਿੰਦੇ ਨੇ ਅਤੇ ਕੁਝ ਕਰਨ ਦੇ ਲਈ ਇੱਕ ਨਵੀਂ ਊਰਜਾ ਭਰ ਦਿੰਦੇ ਨੇ, ਨਵਾਂ ਵਿਸ਼ਵਾਸ ਭਰ ਦਿੰਦੇ ਨੇ, ਸਾਡੇ ਸੰਕਲਪ ਵਿੱਚ ਜਾਨ ਫੂਕ ਦਿੰਦੇ ਨੇ। ਅਸੀਂ ਇਹ ਭਲੀ ਭਾਂਤ ਜਾਣਦੇ ਹਾਂ ਕਿ ਜਦੋਂ ਵੀ ਸਵੱਛ ਭਾਰਤ ਮੁਹਿੰਮ ਦੀ ਗੱਲ ਆਉਂਦੀ ਹੈ ਤਾਂ ਇੰਦੌਰ ਦਾ ਨਾਂ ਆਉਂਦਾ ਹੀ ਆਉਂਦਾ ਹੈ, ਕਿਉਂਕਿ ਇੰਦੌਰ ਨੇ ਸਵੱਛਤਾ ਦੇ ਸੰਬੰਧ ਵਿੱਚ ਆਪਣੀ ਇੱਕ ਵਿਸ਼ੇਸ਼ ਪਛਾਣ ਬਣਾਈ ਹੈ ਅਤੇ ਇੰਦੌਰ ਦੇ ਨਾਗਰਿਕ ਇਸ ਦੀ ਸ਼ਲਾਘਾ ਦੇ ਹੱਕਦਾਰ ਵੀ ਨੇ। ਸਾਡਾ ਇਹ ਇੰਦੌਰ ਕਈ ਸਾਲਾਂ ਤੋਂ ਸਵੱਛ ਭਾਰਤ ਰੈਂਕਿੰਗ ਵਿੱਚ ਪਹਿਲੇ ਨੰਬਰ ਤੇ ਬਣਿਆ ਹੋਇਆ ਹੈ। ਹੁਣ ਇੰਦੌਰ ਦੇ ਲੋਕ ਸਵੱਛ ਭਾਰਤ ਦੇ ਇਸ ਰੈਂਕਿੰਗ ਨਾਲ ਸੰਤੁਸ਼ਟ ਹੋ ਕੇ ਬੈਠਣਾ ਨਹੀਂ ਚਾਹੁੰਦੇ, ਉਹ ਅੱਗੇ ਵਧਣਾ ਚਾਹੁੰਦੇ ਨੇ, ਕੁਝ ਨਵਾਂ ਕਰਨਾ ਚਾਹੁੰਦੇ ਨੇ ਅਤੇ ਉਨ੍ਹਾਂ ਨੇ ਮਨ ਵਿੱਚ ਠਾਣ ਲਿਆ ਹੈ ਉਹ ਵਾਟਰ ਪਲੱਸ ਸਿਟੀ ਬਣਾਈ ਰੱਖਣ ਲਈ ਜੀ ਜਾਨ ਨਾਲ ਜੁਟੇ ਹੋਏ ਨੇ। ਵਾਟਰ ਪਲੱਸ ਸਿਟੀ ਯਾਨੀ ਅਜਿਹਾ ਸ਼ਹਿਰ ਜਿੱਥੇ ਬਿਨਾਂ ਟਰੀਟਮੈਂਟ ਦੇ ਕੋਈ ਵੀ ਸੀਵੇਜ ਕਿਸੇ ਜਨਤਕ ਜਲ ਸਰੋਤ ਵਿੱਚ ਨਹੀਂ ਪਾਇਆ ਜਾਂਦਾ। ਇੱਥੋਂ ਦੇ ਨਾਗਰਿਕਾਂ ਨੇ ਖੁਦ ਅੱਗੇ ਆ ਕੇ ਆਪਣੀਆਂ ਨਾਲੀਆਂ ਨੂੰ ਸਿਵਰ ਲਾਈਨ ਨਾਲ ਜੋੜਿਆ ਹੈ, ਸਵੱਛਤਾ ਮੁਹਿੰਮ ਵੀ ਚਲਾਈ ਹੈ ਅਤੇ ਇਸ ਵਜ੍ਹਾ ਨਾਲ ਸਰਸਵਤੀ ਅਤੇ ਕਾਨ੍ਹਾ ਨਦੀਆਂ ਵਿੱਚ ਡਿੱਗਣ ਵਾਲਾ ਗੰਦਾ ਪਾਣੀ ਵੀ ਕਾਫੀ ਘੱਟ ਹੋਇਆ ਹੈ ਅਤੇ ਸੁਧਾਰ ਨਜ਼ਰ ਆ ਰਿਹਾ ਹੈ। ਅੱਜ ਜਦੋਂ ਸਾਡਾ ਦੇਸ਼ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਨਾ ਰਿਹਾ ਹੈ ਤਾਂ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਵੱਛ ਭਾਰਤ ਮੁਹਿੰਮ ਦੇ ਸੰਕਲਪ ਨੂੰ ਅਸੀਂ ਕਦੇ ਵੀ ਮੱਠਾ ਨਹੀਂ ਪੈਣ ਦੇਣਾ। ਸਾਡੇ ਦੇਸ਼ ਵਿੱਚ ਜਿੰਨੇ ਜ਼ਿਆਦਾ ਸ਼ਹਿਰ ਵਾਟਰ ਪਲੱਸ ਸਿਟੀ ਹੋਣਗੇ, ਉਨੀ ਹੀ ਸਵੱਛਤਾ ਵੀ ਵਧੇਗੀ, ਸਾਡੀਆਂ ਨਦੀਆਂ ਵੀ ਸਾਫ਼ ਹੋਣਗੀਆਂ ਅਤੇ ਪਾਣੀ ਬਚਾਉਣ ਦੀ ਇੱਕ ਮਨੁੱਖੀ ਜ਼ਿੰਮੇਵਾਰੀ ਨਿਭਾਉਣ ਲਈ ਸੰਸਕਾਰ ਵੀ ਹੋਣਗੇ। ਸਾਥੀਓ, ਮੇਰੇ ਸਾਹਮਣੇ ਇੱਕ ਉਦਾਹਰਣ ਬਿਹਾਰ ਦੇ ਮਧੂਬਨੀ ਤੋਂ ਆਇਆ ਹੈ। ਮਧੂਬਨੀ ਵਿੱਚ ਡਾਕਟਰ ਰਾਜਿੰਦਰ ਪ੍ਰਸਾਦ ਖੇਤੀ ਵਿਸ਼ਵ ਵਿਦਿਆਲਾ ਅਤੇ ਉੱਥੋਂ ਦੇ ਸਥਾਨਕ ਖੇਤੀ ਵਿਗਿਆਨ ਕੇਂਦਰ ਨੇ ਮਿਲ ਕੇ ਇੱਕ ਚੰਗੀ ਕੋਸ਼ਿਸ਼ ਕੀਤੀ ਹੈ। ਇਸ ਦਾ ਲਾਭ ਕਿਸਾਨਾਂ ਨੂੰ ਤਾਂ ਹੋ ਹੀ ਰਿਹਾ, ਇਸ ਨਾਲ ਸਵੱਛ ਭਾਰਤ ਮੁਹਿੰਮ ਨੂੰ ਵੀ ਨਵੀਂ ਤਾਕਤ ਮਿਲ ਰਹੀ ਹੈ। ਵਿਸ਼ਵ ਵਿਦਿਆਲਾ ਦੀ ਇਸ ਪਹਿਲ ਦਾ ਨਾਂ ਹੈ ਸੁਖੇਤ ਮਾਡਲ। ਸੁਖੇਤ ਮਾਡਲ ਦਾ ਮਕਸਦ ਹੈ ਪਿੰਡਾਂ ਵਿੱਚ ਪ੍ਰਦੂਸ਼ਣ ਨੂੰ ਘੱਟ ਕਰਨਾ। ਇਸ ਮਾਡਲ ਦੇ ਤਹਿਤ ਪਿੰਡਾਂ ਦੇ ਕਿਸਾਨਾਂ ਤੋਂ ਗੋਹਾ ਅਤੇ ਖੇਤਾਂ ਘਰਾਂ ਤੋਂ ਨਿਕਲਣ ਵਾਲਾ ਹੋਰ ਕੂੜਾ ਇਕੱਠਾ ਕੀਤਾ ਜਾਂਦਾ ਹੈ ਅਤੇ ਬਦਲੇ ਵਿੱਚ ਪਿੰਡ ਵਾਲਿਆਂ ਨੂੰ ਰਸੋਈ ਗੈਸ ਸਿਲੰਡਰ ਦੇ ਲਈ ਪੈਸੇ ਦਿੱਤੇ ਜਾਂਦੇ ਨੇ। ਜੋ ਕੂੜਾ ਪਿੰਡ ਤੋਂ ਇਕੱਠਾ ਹੁੰਦਾ ਹੈ, ਉਸ ਦੇ ਨਿਪਟਾਰੇ ਲਈ ਵਰਮੀ ਕੰਪੋਸਟ ਬਣਾਉਣ ਦਾ ਵੀ ਕੰਮ ਕੀਤਾ ਜਾ ਰਿਹਾ ਹੈ। ਯਾਨੀ ਸੁਖੇਤ ਮਾਡਲ ਦੇ 4 ਲਾਭ ਤਾਂ ਸਿੱਧੇ-ਸਿੱਧੇ ਨਜ਼ਰ ਆਉਂਦੇ ਨੇ। ਇੱਕ ਤਾਂ ਪਿੰਡ ਨੂੰ ਪ੍ਰਦੂਸ਼ਣ ਤੋਂ ਮੁਕਤੀ, ਦੂਸਰਾ ਪਿੰਡ ਨੂੰ ਗੰਦਗੀ ਤੋਂ ਮੁਕਤੀ, ਤੀਸਰਾ ਪਿੰਡ ਵਾਲਿਆਂ ਨੂੰ ਰਸੋਈ ਗੈਸ ਸਿਲੰਡਰ ਦੇ ਲਈ ਪੈਸੇ ਅਤੇ ਚੌਥਾ ਪਿੰਡ ਦੇ ਕਿਸਾਨਾਂ ਨੂੰ ਜੈਵਿਕ ਖਾਦ। ਤੁਸੀਂ ਸੋਚੋ, ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਸਾਡੇ ਪਿੰਡਾਂ ਦੀ ਸ਼ਕਤੀ ਨੂੰ ਕਿੰਨਾ ਜ਼ਿਆਦਾ ਵਧਾ ਸਕਦੀਆਂ ਨੇ। ਇਹੀ ਤਾਂ ਆਤਮ ਨਿਰਭਰਤਾ ਦਾ ਵਿਸ਼ਾ ਹੈ। ਮੈਂ ਦੇਸ਼ ਦੀ ਹਰ ਇੱਕ ਪੰਚਾਇਤ ਨੂੰ ਕਹਾਂਗਾ ਕਿ ਅਜਿਹਾ ਕੁਝ ਕਰਨ ਦਾ ਉਹ ਵੀ ਆਪਣੇ ਇੱਥੇ ਜ਼ਰੂਰ ਸੋਚਣ। ਅਤੇ ਸਾਥੀਓ, ਜਦੋਂ ਅਸੀਂ ਕੋਈ ਟੀਚਾ ਲੈ ਕੇ ਨਿਕਲ ਪੈਂਦੇ ਹਾਂ ਨਾ, ਤਾਂ ਨਤੀਜਿਆਂ ਦਾ ਮਿਲਣਾ ਨਿਸ਼ਚਿਤ ਹੁੰਦਾ ਹੈ। ਹੁਣ ਵੇਖੋ ਨਾ, ਸਾਡੇ ਤਮਿਲਨਾਡੂ ਵਿੱਚ ਸ਼ਿਵ ਗੰਗਾ ਜ਼ਿਲ੍ਹੇ ਦੀ ਕਾਂਜੀ ਰੰਗਾਲ ਪੰਚਾਇਤ ਵੇਖੋ। ਇਸ ਛੋਟੀ ਜਿਹੀ ਪੰਚਾਇਤ ਨੇ ਕੀ ਕੀਤਾ। ਇੱਥੇ ਤੁਹਾਨੂੰ ਵੇਸਟ ਤੋਂ ਵੈਲਥ ਦਾ ਇੱਕ ਹੋਰ ਮਾਡਲ ਵੇਖਣ ਨੂੰ ਮਿਲੇਗਾ। ਇੱਥੇ ਗ੍ਰਾਮ ਪੰਚਾਇਤ ਨੇ ਸਥਾਨਕ ਲੋਕਾਂ ਨਾਲ ਮਿਲ ਕੇ ਕੂੜੇ ਨਾਲ ਬਿਜਲੀ ਬਣਾਉਣ ਦਾ ਇੱਕ ਲੋਕਲ ਪ੍ਰੋਜੈਕਟ ਆਪਣੇ ਪਿੰਡ ਵਿੱਚ ਲਗਾ ਦਿੱਤਾ ਹੈ। ਪੂਰੇ ਪਿੰਡ ਤੋਂ ਕੂੜਾ ਇਕੱਠਾ ਹੁੰਦਾ ਹੈ, ਉਸ ਨਾਲ ਬਿਜਲੀ ਬਣਦੀ ਹੈ ਅਤੇ ਬਚੇ ਹੋਏ ਪ੍ਰੋਡਕਟਸ ਨੂੰ ਕੀਟਨਾਸ਼ਕ ਦੇ ਰੂਪ ਵਿੱਚ ਵੇਚ ਵੀ ਦਿੱਤਾ ਜਾਂਦਾ ਹੈ। ਪਿੰਡ ਦੇ ਇਸ ਪਾਵਰ ਪਲਾਂਟ ਦੀ ਸਮਰੱਥਾ ਪ੍ਰਤੀ ਦਿਨ 2 ਟਨ ਕੂੜੇ ਦੇ ਨਿਪਟਾਰੇ ਦੀ ਹੈ। ਇਸ ਨਾਲ ਬਣਨ ਵਾਲੀ ਬਿਜਲੀ ਪਿੰਡ ਦੀਆਂ ਸਟਰੀਟ ਲਾਈਟਸ ਅਤੇ ਦੂਸਰੀਆਂ ਜ਼ਰੂਰਤਾਂ ਵਿੱਚ ਵਰਤੀ ਜਾ ਰਹੀ ਹੈ। ਇਸ ਨਾਲ ਪੰਚਾਇਤ ਦਾ ਪੈਸਾ ਤਾਂ ਬਚ ਹੀ ਰਿਹਾ ਹੈ, ਉਹ ਪੈਸਾ ਵਿਕਾਸ ਦੇ ਦੂਸਰੇ ਕੰਮਾਂ ਵਿੱਚ ਇਸਤੇਮਾਲ ਕੀਤਾ ਜਾ ਰਿਹਾ ਹੈ। ਹੁਣ ਮੈਨੂੰ ਦੱਸੋ, ਤਾਮਿਲਨਾਡੂ ਦੇ ਸ਼ਿਵ ਗੰਗਾ ਜ਼ਿਲ੍ਹੇ ਦੀ ਇੱਕ ਛੋਟੀ ਜਿਹੀ ਪੰਚਾਇਤ ਸਾਨੂੰ ਸਾਰੇ ਦੇਸ਼ ਵਾਸੀਆਂ ਨੂੰ ਕੁਝ ਕਰਨ ਦੀ ਪ੍ਰੇਰਣਾ ਦਿੰਦੀ ਹੈ ਕਿ ਨਹੀਂ ਦਿੰਦੀ। ਕਮਾਲ ਕੀਤਾ ਹੈ ਨਾ ਇਹਨਾਂ ਨੇ। ਮੇਰੇ ਪਿਆਰੇ ਦੇਸ਼ ਵਾਸੀਓ, ਮਨ ਕੀ ਬਾਤ ਹੁਣ ਭਾਰਤ ਦੀਆਂ ਸਰਹੱਦਾਂ ਤੱਕ ਸੀਮਿਤ ਨਹੀਂ ਰਹੀ। ਦੁਨੀਆ ਦੇ ਵੱਖ-ਵੱਖ ਕੋਨਿਆਂ ਵਿੱਚ ਵੀ ਮਨ ਕੀ ਬਾਤ ਦੀ ਚਰਚਾ ਹੁੰਦੀ ਹੈ ਅਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਸਾਡੇ ਭਾਰਤੀ ਸਮਾਜ ਦੇ ਲੋਕ ਨੇ, ਉਹ ਵੀ ਮੈਨੂੰ ਬਹੁਤ ਸਾਰੀਆਂ ਨਵੀਆਂ-ਨਵੀਆਂ ਜਾਣਕਾਰੀਆਂ ਦਿੰਦੇ ਰਹਿੰਦੇ ਨੇ ਅਤੇ ਮੈਨੂੰ ਵੀ ਕਦੇ-ਕਦੇ ਮਨ ਕੀ ਬਾਤ ਵਿੱਚ ਵਿਦੇਸ਼ਾਂ ਵਿੱਚ ਜੋ ਅਨੋਖੇ ਪ੍ਰੋਗਰਾਮ ਚੱਲਦੇ ਨੇ, ਉਸ ਦੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨਾ ਚੰਗਾ ਲੱਗਦਾ ਹੈ। ਅੱਜ ਵੀ
ਮੈਂ ਤੁਹਾਡੀ ਜਾਣ ਪਛਾਣ ਕੁਝ ਅਜਿਹੇ ਲੋਕਾਂ ਨਾਲ ਕਰਾਵਾਂਗਾ, ਲੇਕਿਨ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਆਡੀਓ ਸੁਣਾਉਣਾ ਚਾਹੁੰਦਾ। ਥੋੜ੍ਹਾ ਗੌਰ ਨਾਲ ਸੁਣਨਾ। नमो नमः सर्वेभ्यः। मम नाम गंगा। भवन्तु शृण्वन्तु रेडियो यूनिटी 90 FM एक भारत श्रेष्ठ भारत। अहम् एकतामूर्तेयाः मार्गदर्शिका एवं रेडियो यूनिटी माध्यमे आर्जे अस्मि। अद्य संस्कृतदिनम् अस्ति। सर्वेभ्यः बहवः शुभकामनाः अस्ति। सरदार वल्लभभाई पटेल महोदयस्य लोहपुरुषः इति उच्यते। त्रयोदशाविंशतिसहस्रतमे वर्षे लोहसङ्ग्रहस्य अभियानं प्रारब्धम्। 34 टन् परिमितं लोहस्य गलनं कृतम्। झारखण्डस्य एकः कृषकः मृद्गरस्य दानं कृतवान्। भवन्तु शृण्वन्तु रेडियो यूनिटी 90 FM एक भारत श्रेष्ठ भारत। ਸਾਥੀਓ, ਭਾਸ਼ਾ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ। ਇਹ ਰੇਡੀਓ 'ਤੇ ਸੰਸਕ੍ਰਿਤ ਵਿੱਚ ਗੱਲ ਕੀਤੀ ਜਾ ਰਹੀ ਹੈ ਅਤੇ ਜੋ ਗੱਲ ਕਰ ਰਹੀ ਹੈ ਉਹ ਹੈ ਆਰਜੇ ਗੰਗਾ। ਆਰਜੇ ਗੰਗਾ ਗੁਜਰਾਤ ਦੇ ਰੇਡੀਓ ਜੌਕੀਜ਼ ਦੇ ਗਰੁੱਪ ਦੀ ਇੱਕ ਮੈਂਬਰ ਹੈ। ਉਹਨਾਂ ਦੇ ਹੋਰ ਵੀ ਕਈ ਸਾਥੀ ਨੇ, ਜਿਵੇਂ ਆਰਜੇ ਨੀਲਮ, ਆਰਜੇ ਗੁਰੂ ਅਤੇ ਆਰਜੇ ਹੇਤਲ। ਇਹ ਸਾਰੇ ਮਿਲ ਕੇ ਗੁਜਰਾਤ ਵਿੱਚ ਕੇਵੜੀਆ ਵਿੱਚ ਇਸ ਵੇਲੇ ਸੰਸਕ੍ਰਿਤ ਭਾਸ਼ਾ ਦਾ ਮਾਣ ਵਧਾਉਣ ਵਿੱਚ ਜੁਟੇ ਹੋਏ ਨੇ। ਅਤੇ ਤੁਹਾਨੂੰ ਪਤਾ ਹੈ ਨਾ, ਕੇਵੜੀਆ ਉਹੀ ਹੈ ਜਿੱਥੇ ਦੁਨੀਆ ਦਾ ਸਭ ਤੋਂ ਉੱਚਾ ਸਟੈਚੂ, ਸਾਡੇ ਦੇਸ਼ ਦਾ ਮਾਣ, ਸਟੈਚੂ ਆਫ ਯੂਨਿਟੀ ਜਿੱਥੇ ਹੈ, ਉਸ ਕੇਵੜੀਆ ਦੀ ਮੈਂ ਗੱਲ ਕਰ ਰਿਹਾ। ਅਤੇ ਇਹ ਸਾਰੇ ਅਜਿਹੇ ਰੇਡੀਓ ਜੌਕੀਜ਼ ਨੇ ਜੋ ਇੱਕੋ ਵੇਲੇ ਕਈ ਭੂਮਿਕਾਵਾਂ ਨਿਭਾਉਂਦੇ ਨੇ। ਇਹ ਗਾਈਡ ਦੇ ਰੂਪ ਵਿੱਚ ਵੀ ਆਪਣੀ ਸੇਵਾ ਦਿੰਦੇ ਨੇ ਅਤੇ ਨਾਲ-ਨਾਲ ਕਮਿਊਨਿਟੀ ਰੇਡੀਓ ਇਨੀਸ਼ੀਏਟਿਵ ਰੇਡੀਓ ਯੂਨਿਟੀ 90 FM ਉਹਦਾ ਸੰਚਾਲਨ ਵੀ ਕਰਦੇ ਨੇ। ਆਰਜੇਜ਼ ਆਪਣੇ ਸਰੋਤਿਆਂ ਨਾਲ ਸੰਸਕ੍ਰਿਤ ਭਾਸ਼ਾ ਵਿੱਚ ਗੱਲ ਕਰਦੇ ਨੇ, ਉਹਨਾਂ ਨੂੰ ਸੰਸਕ੍ਰਿਤ ਭਾਸ਼ਾ ਵਿੱਚ ਜਾਣਕਾਰੀ ਉਪਲਬਧ ਕਰਾਉਂਦੇ ਨੇ। ਸਾਥੀਓ, ਸਾਡੇ ਇੱਥੇ ਸੰਸਕ੍ਰਿਤ ਦੇ ਬਾਰੇ ਕਿਹਾ ਗਿਆ ਹੈ ਕਿ ਅੰਮ੍ਰਿਤਮ ਸੰਸਕ੍ਰਿਤਮ ਮਿੱਤਰ ਸਰਸਮ ਸਰਲਮ ਵਚੈ ਏਕਤਾ ਮੂਲਕਮ ਰਾਸ਼ਟਰੇ ਗਿਆਨ ਵਿਗਿਆਨ ਪੋਸ਼ਕਮ। ਅਰਥਾਤ ਸਾਡੀ ਸੰਸਕ੍ਰਿਤ ਭਾਸ਼ਾ ਮਿੱਠੀ ਵੀ ਹੈ, ਸਾਦੀ ਵੀ ਹੈ। ਸੰਸਕ੍ਰਿਤ ਆਪਣੇ ਵਿਚਾਰਾਂ, ਆਪਣੇ ਸਾਹਿਤ ਦੇ ਮਾਧਿਅਮ ਨਾਲ ਇਹ ਗਿਆਨ ਵਿਗਿਆਨ ਅਤੇ ਰਾਸ਼ਟਰ ਦੀ ਏਕਤਾ ਦਾ ਵੀ ਪੋਸ਼ਣ ਕਰਦੀ ਹੈ, ਉਸ ਨੂੰ ਮਜ਼ਬੂਤ ਕਰਦੀ ਹੈ। ਸੰਸਕ੍ਰਿਤ ਸਾਹਿਤ ਵਿੱਚ ਮਨੁੱਖਤਾ ਅਤੇ ਗਿਆਨ ਦਾ ਅਜਿਹਾ ਹੀ ਅਲੌਕਿਕ ਦਰਸ਼ਨ ਹੈ ਜੋ ਕਿਸੇ ਨੂੰ ਵੀ ਆਕਰਸ਼ਿਤ ਕਰ ਸਕਦਾ ਹੈ। ਹੁਣੇ ਜਿਹੇ ਹੀ ਮੈਨੂੰ ਕਈ ਅਜਿਹੇ ਲੋਕਾਂ ਦੇ ਬਾਰੇ ਜਾਣਨ ਨੂੰ ਮਿਲਿਆ ਜੋ ਵਿਦੇਸ਼ਾਂ ਵਿੱਚ ਸੰਸਕ੍ਰਿਤ ਪੜ੍ਹਾਉਣ ਦਾ ਪ੍ਰੇਰਕ ਕੰਮ ਕਰ ਰਹੇ ਨੇ। ਅਜਿਹੇ ਹੀ ਇੱਕ ਵਿਅਕਤੀ ਨੇ ਸ਼੍ਰੀਮਾਨ ਰਟਗਰ ਕੋਰਟੇਨ ਹਾਸਰਟ, ਜੋ ਆਇਰਲੈਂਡ ਵਿੱਚ ਸੰਸਕ੍ਰਿਤ ਦੇ ਪ੍ਰਸਿੱਧ ਵਿਦਵਾਨ ਅਤੇ ਅਧਿਆਪਕ ਨੇ ਅਤੇ ਉੱਥੋਂ ਦੇ ਬੱਚਿਆਂ ਨੂੰ ਸੰਸਕ੍ਰਿਤ ਪੜ੍ਹਾਉਂਦੇ ਨੇ। ਇੱਧਰ ਸਾਡੇ ਇੱਥੇ ਪੂਰਬ ਵਿੱਚ ਭਾਰਤ ਅਤੇ ਥਾਈਲੈਂਡ ਦੇ ਵਿਚਕਾਰ ਸਾਂਸਕ੍ਰਿਤਿਕ ਸੰਬੰਧਾਂ ਦੀ ਮਜ਼ਬੂਤੀ ਵਿੱਚ ਸੰਸਕ੍ਰਿਤ ਭਾਸ਼ਾ ਦੀ ਵੀ ਇੱਕ ਮਹੱਤਵਪੂਰਨ ਭੂਮਿਕਾ ਹੈ। ਡਾਕਟਰ ਚਿਰਾਪਤ ਪਰਪੰਡ ਵਿੱਦਿਆ ਅਤੇ ਡਾਕਟਰ ਕੁਸੁਮਾ ਰਕਸ਼ਾਮਣੀ, ਇਹ ਦੋਵੇਂ ਥਾਈਲੈਂਡ ਵਿੱਚ ਸੰਸਕ੍ਰਿਤ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਨੇ। ਉਨ੍ਹਾਂ ਨੇ ਥਾਈ ਅਤੇ ਸੰਸਕ੍ਰਿਤ ਭਾਸ਼ਾ ਵਿੱਚ ਤੁਲਨਾਤਮਕ ਸਾਹਿਤ ਦੀ ਰਚਨਾ ਵੀ ਕੀਤੀ। ਅਜਿਹੇ ਹੀ ਇੱਕ ਪ੍ਰੋਫੈਸਰ ਨੇ ਸ਼੍ਰੀਮਾਨ ਬੋਰਿਸ ਜਾਖਰਿਨ, ਰਸ਼ੀਆ ਵਿੱਚ ਮਾਸਕੋ ਸਟੇਟ ਯੂਨੀਵਰਸਿਟੀ ਵਿੱਚ ਇਹ ਸੰਸਕ੍ਰਿਤ ਪੜ੍ਹਾਉਂਦੇ ਨੇ। ਉਨ੍ਹਾਂ ਨੇ ਕਈ ਖੋਜ ਪੱਤਰ ਅਤੇ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਨੇ। ਉਨ੍ਹਾਂ ਨੇ ਕਈ ਪੁਸਤਕਾਂ ਦਾ ਸੰਸਕ੍ਰਿਤ ਤੋਂ ਰੂਸੀ ਭਾਸ਼ਾ ਵਿੱਚ ਅਨੁਵਾਦ ਵੀ ਕੀਤਾ ਹੈ। ਇਸੇ ਤਰ੍ਹਾਂ ਸਿਡਨੀ ਸੰਸਕ੍ਰਿਤ ਸਕੂਲ ਆਸਟ੍ਰੇਲੀਆ ਦੇ ਉਨ੍ਹਾਂ ਮੁੱਖ ਸੰਸਥਾਨਾਂ ਵਿੱਚੋਂ ਇੱਕ ਹੈ ਜਿੱਥੇ ਵਿਦਿਆਰਥੀਆਂ ਨੂੰ ਸੰਸਕ੍ਰਿਤ ਭਾਸ਼ਾ ਪੜ੍ਹਾਈ ਜਾਂਦੀ ਹੈ। ਇਹ ਸਕੂਲ ਬੱਚਿਆਂ ਦੇ ਲਈ ਸੰਸਕ੍ਰਿਤ ਗ੍ਰਾਮਰ ਕੈਂਪ, ਸੰਸਕ੍ਰਿਤ ਨਾਟਕ ਅਤੇ ਸੰਸਕ੍ਰਿਤ ਦਿਵਸ ਵਰਗੇ ਪ੍ਰੋਗਰਾਮਾਂ ਦਾ ਵੀ ਆਯੋਜਨ ਕਰਦੇ ਨੇ। ਸਾਥੀਓ, ਹਾਲੀਆ ਦਿਨਾਂ ਵਿੱਚ ਜੋ ਕੋਸ਼ਿਸ਼ਾਂ ਹੋਈਆਂ ਨੇ, ਉਨ੍ਹਾਂ ਨਾਲ ਸੰਸਕ੍ਰਿਤ ਨੂੰ ਲੈ ਕੇ ਇੱਕ ਨਵੀਂ ਜਾਗਰੂਕਤਾ ਆਈ ਹੈ। ਹੁਣ ਸਮਾਂ ਹੈ ਕਿ ਇਸ ਦਿਸ਼ਾ ਵਿੱਚ ਅਸੀਂ ਆਪਣੇ ਯਤਨ ਹੋਰ ਵਧਾਈਏ। ਆਪਣੀ ਵਿਰਾਸਤ ਨੂੰ ਸਹੇਜਣਾ, ਉਸ ਨੂੰ ਸੰਭਾਲਣਾ, ਨਵੀਂ ਪੀੜ੍ਹੀ ਨੂੰ ਦੇਣਾ, ਇਹ ਸਾਡੇ ਸਾਰਿਆਂ ਦਾ ਫਰਜ਼ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਉਸ 'ਤੇ ਹੱਕ ਵੀ ਹੈ। ਹੁਣ ਸਮਾਂ ਹੈ ਇਨ੍ਹਾਂ ਕੰਮਾਂ ਦੇ ਲਈ ਵੀ
ਸਾਡੇ ਯਤਨ ਜ਼ਿਆਦਾ ਵਧਣ। ਸਾਥੀਓ, ਜੇਕਰ ਤੁਸੀਂ ਇਸ ਤਰ੍ਹਾਂ ਦੇ ਯਤਨਾਂ ਵਿੱਚ ਜੁਟੇ ਅਜਿਹੇ ਕਿਸੇ ਵੀ ਵਿਅਕਤੀ ਨੂੰ ਜਾਣਦੇ ਹੋ, ਅਜਿਹੀ ਕੋਈ ਜਾਣਕਾਰੀ ਤੁਹਾਡੇ ਕੋਲ ਹੈ, ਤਾਂ ਕਿਰਪਾ ਕਰਕੇ #ਸੈਲੀਬ੍ਰੇਟਿੰਗਸੰਸਕ੍ਰਿਤ ਦੇ ਨਾਲ ਸੋਸ਼ਲ ਮੀਡੀਆ ਤੇ ਉਨ੍ਹਾਂ ਨਾਲ ਸੰਬੰਧਿਤ ਜਾਣਕਾਰੀ ਜ਼ਰੂਰ ਸਾਂਝੀ ਕਰੋ। ਮੇਰੇ ਪਿਆਰੇ ਦੇਸ਼ਵਾਸੀਓ, ਅਗਲੇ ਕੁਝ ਦਿਨਾਂ ਵਿੱਚ ਹੀ ਵਿਸ਼ਵਕਰਮਾ ਜਯੰਤੀ ਵੀ ਆਉਣ ਵਾਲੀ ਹੈ। ਭਗਵਾਨ ਵਿਸ਼ਵਕਰਮਾ ਨੂੰ ਸਾਡੇ ਇੱਥੇ ਵਿਸ਼ਵ ਦੀ ਸਿਰਜਣਾ ਸ਼ਕਤੀ ਦਾ ਪ੍ਰਤੀਕ ਮੰਨਿਆ ਗਿਆ ਹੈ, ਜੋ ਕਿ ਆਪਣੇ ਕੌਸ਼ਲ ਨਾਲ ਕਿਸੇ ਵਸਤੂ ਦਾ ਨਿਰਮਾਣ ਕਰਦੇ ਨੇ, ਸਿਰਜਣਾ ਕਰਦੇ ਨੇ। ਭਾਵੇਂ ਉਹ ਸਿਲਾਈ ਕਢਾਈ ਹੋਵੇ, ਸਾਫਟਵੇਅਰ ਹੋਵੇ ਜਾਂ ਫਿਰ ਸੈਟੇਲਾਈਟ, ਇਹ ਸਾਰੇ ਭਗਵਾਨ ਵਿਸ਼ਵਕਰਮਾ ਦਾ ਪ੍ਰਗਟੀਕਰਨ ਨੇ। ਦੁਨੀਆ ਵਿੱਚ ਭਾਵੇਂ ਸਕਿੱਲ ਦੀ ਪਛਾਣ ਅੱਜ ਨਵੇਂ ਤਰੀਕੇ ਨਾਲ ਹੋ ਰਹੀ ਹੈ, ਲੇਕਿਨ ਸਾਡੇ ਰਿਸ਼ੀਆਂ ਨੇ ਤਾਂ ਹਜ਼ਾਰਾਂ ਸਾਲਾਂ ਤੋਂ ਸਕਿੱਲ ਅਤੇ ਸਕੇਲ ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਸਕਿੱਲ ਨੂੰ, ਹੁਨਰ ਨੂੰ, ਕੌਸ਼ਲ ਨੂੰ ਆਸਥਾ ਨਾਲ ਜੋੜ ਕੇ ਸਾਡੇ ਜੀਵਨ ਦਰਸ਼ਨ ਦਾ ਹਿੱਸਾ ਬਣਾ ਦਿੱਤਾ ਹੈ। ਸਾਡੇ ਵੇਦਾਂ ਨੇ ਵੀ ਕਈ ਸੂਖਤ ਭਗਵਾਨ ਵਿਸ਼ਵਕਰਮਾ ਨੂੰ ਸਮਰਪਿਤ ਕੀਤੇ ਨੇ। ਸ੍ਰਿਸ਼ਟੀ ਦੀਆਂ ਜਿੰਨੀਆਂ ਵੀ ਵੱਡੀਆਂ ਰਚਨਾਵਾਂ ਨੇ, ਜੋ ਵੀ ਨਵੇਂ ਤੇ ਵੱਡੇ ਕੰਮ ਹੋਏ ਨੇ, ਸਾਡੇ ਸ਼ਾਸਤਰਾਂ ਵਿੱਚ ਉਨ੍ਹਾਂ ਦਾ ਸਿਹਰਾ ਭਗਵਾਨ ਵਿਸ਼ਵਕਰਮਾ ਨੂੰ ਹੀ ਦਿੱਤਾ ਗਿਆ ਹੈ। ਇਹ ਇੱਕ ਤਰ੍ਹਾਂ ਨਾਲ ਇਸ ਗੱਲ ਦਾ ਪ੍ਰਤੀਕ ਹੈ ਕਿ ਸੰਸਾਰ ਵਿੱਚ ਜੋ ਕੁਝ ਵੀ ਡਿਵੈਲਪਮੈਂਟ ਤੇ ਇਨੋਵੇਸ਼ਨ ਹੁੰਦਾ ਹੈ, ਉਹ ਸਕਿੱਲਸ ਦੇ ਜ਼ਰੀਏ ਹੀ ਹੁੰਦਾ ਹੈ। ਭਗਵਾਨ ਵਿਸ਼ਵਕਰਮਾ ਦੀ ਜਯੰਤੀ ਤੇ ਉਨ੍ਹਾਂ ਦੀ ਪੂਜਾ ਦੇ ਪਿੱਛੇ ਇਹੀ ਭਾਵ ਹੈ ਤੇ ਸਾਡੇ ਸ਼ਾਸਤਰਾਂ ਵਿੱਚ ਵੀ ਇਹ ਕਿਹਾ ਗਿਆ ਹੈ, ਵਿਸ਼ਵਸਯ ਕ੍ਰਤੇ ਯਸਯ ਕਰਮਵਯਾਪਾਰ ਸ ਵਿਸ਼ਵਕਰਮਾ। ਅਰਥਾਤ ਜੋ ਸ੍ਰਿਸ਼ਟੀ ਤੇ ਨਿਰਮਾਣ ਦੇ ਨਾਲ ਜੁੜੇ ਹੋਏ ਸਾਰੇ ਕੰਮ ਕਰਦਾ ਹੈ, ਉਹ ਵਿਸ਼ਵਕਰਮਾ ਹੈ। ਸਾਡੇ ਸ਼ਾਸਤਰਾਂ ਦੀ ਨਜ਼ਰ ਵਿੱਚ ਸਾਡੇ ਆਲੇ-ਦੁਆਲੇ ਨਿਰਮਾਣ ਤੇ ਸਿਰਜਣਾ ਵਿੱਚ ਜੁਟੇ ਜਿੰਨੇ ਵੀ ਸਕਿੱਲਡ ਹੁਨਰਮੰਦ ਲੋਕ ਨੇ, ਉਹ ਭਗਵਾਨ ਵਿਸ਼ਵਕਰਮਾ ਦੀ ਵਿਰਾਸਤ ਹੈ। ਇਨ੍ਹਾਂ ਦੇ ਬਿਨਾਂ ਅਸੀਂ ਆਪਣੇ ਜੀਵਨ ਦੀ ਕਲਪਨਾ ਵੀ ਨਹੀਂ ਕਰ ਸਕਦੇ। ਤੁਸੀਂ ਸੋਚ ਕੇ ਵੇਖੋ, ਤੁਹਾਡੇ ਘਰ ਵਿੱਚ ਬਿਜਲੀ ਦੀ ਕੋਈ ਦਿੱਕਤ ਆ ਜਾਵੇ ਅਤੇ ਤੁਹਾਨੂੰ ਕੋਈ ਇਲੈਕਟ੍ਰੀਸ਼ੀਅਨ ਨਾ ਮਿਲੇ ਤਾਂ ਕੀ ਹੋਏਗਾ? ਤੁਹਾਡੇ ਸਾਹਮਣੇ ਕਿੰਨੀ ਵੱਡੀ ਪਰੇਸ਼ਾਨੀ ਆ ਜਾਏਗੀ। ਸਾਡਾ ਜੀਵਨ ਅਜਿਹੇ ਹੀ ਅਨੇਕਾਂ ਸਕਿੱਲਡ ਲੋਕਾਂ ਦੀ ਵਜ੍ਹਾ ਨਾਲ ਚੱਲਦਾ ਹੈ। ਤੁਸੀਂ ਆਪਣੇ ਆਲੇ-ਦੁਆਲੇ ਵੇਖੋ, ਲੋਹੇ ਦਾ ਕੰਮ ਕਰਨ ਵਾਲੇ ਹੋਣ, ਮਿੱਟੀ ਦੇ ਬਰਤਨ ਬਣਾਉਣ ਵਾਲੇ ਹੋਣ, ਲੱਕੜ ਦਾ ਸਮਾਨ ਬਣਾਉਣ ਵਾਲੇ ਹੋਣ, ਬਿਜਲੀ ਦਾ ਕੰਮ ਕਰਨ ਵਾਲੇ ਹੋਣ, ਘਰਾਂ ਵਿੱਚ ਪੇਂਟ ਕਰਨ ਵਾਲੇ ਹੋਣ, ਸਫਾਈ ਕਰਮੀ ਹੋਣ ਜਾਂ ਫਿਰ ਮੋਬਾਈਲ ਲੈਪਟਾਪ ਦੀ ਰਿਪੇਅਰ ਕਰਨ ਵਾਲੇ, ਇਹ ਸਾਰੇ ਸਾਥੀ ਆਪਣੇ ਸਕਿੱਲ ਦੀ ਵਜ੍ਹਾ ਨਾਲ ਹੀ ਜਾਣੇ ਜਾਂਦੇ ਨੇ। ਆਧੁਨਿਕ ਸਵਰੂਪ ਵਿੱਚ ਇਹ ਵੀ ਵਿਸ਼ਵਕਰਮਾ ਹੀ ਨੇ। ਲੇਕਿਨ ਸਾਥੀਓ, ਇਸ ਦਾ ਇੱਕ ਹੋਰ ਪੱਖ ਵੀ ਹੈ ਤੇ ਉਹ ਕਦੇ-ਕਦੇ ਚਿੰਤਾ ਵੀ ਪੈਦਾ ਕਰਦਾ ਹੈ। ਜਿਸ ਦੇਸ਼ ਵਿੱਚ, ਜਿਸ ਦੀ ਸੰਸਕ੍ਰਿਤੀ ਵਿੱਚ, ਪਰੰਪਰਾ ਵਿੱਚ, ਸੋਚ ਵਿੱਚ ਹੁਨਰ ਨੂੰ, ਸਕਿੱਲ ਨੂੰ, ਮੈਨ ਪਾਵਰ ਨੂੰ ਭਗਵਾਨ ਵਿਸ਼ਵਕਰਮਾ ਦੇ ਨਾਲ ਜੋੜ ਦਿੱਤਾ ਗਿਆ ਹੋਵੇ, ਉੱਥੇ ਸਥਿਤੀਆਂ ਕਿਵੇਂ ਬਦਲ ਗਈਆਂ। ਇੱਕ ਸਮੇਂ ਸਾਡੇ ਪਰਿਵਾਰਿਕ ਜੀਵਨ, ਸਮਾਜਿਕ ਜੀਵਨ, ਰਾਸ਼ਟਰ ਜੀਵਨ ਤੇ ਕੌਸ਼ਲ ਦਾ ਬਹੁਤ ਵੱਡਾ ਪ੍ਰਭਾਵ ਪੈਂਦਾ ਸੀ। ਲੇਕਿਨ ਗੁਲਾਮੀ ਦੇ ਲੰਬੇ ਕਾਲਖੰਡ ਵਿੱਚ ਹੁਨਰ ਨੂੰ ਇਸ ਤਰ੍ਹਾਂ ਦਾ ਸਨਮਾਨ ਦੇਣ ਵਾਲੀ ਭਾਵਨਾ ਹੌਲੀ-ਹੌਲੀ ਖਤਮ ਹੋ ਗਈ। ਸੋਚ ਕੁਝ ਅਜਿਹੀ ਬਣ ਗਈ ਕਿ ਹੁਨਰ ਆਧਾਰਿਤ ਕੰਮਾਂ ਨੂੰ ਛੋਟਾ ਸਮਝਿਆ ਜਾਣ ਲੱਗਾ ਤੇ ਹੁਣ ਵੇਖੋ, ਪੂਰੀ ਦੁਨੀਆ ਸਭ ਤੋਂ ਜ਼ਿਆਦਾ ਹੁਨਰ ਯਾਨੀ ਸਕਿੱਲ ਤੇ ਹੀ ਜ਼ੋਰ ਦੇ ਰਹੀ ਹੈ। ਭਗਵਾਨ ਵਿਸ਼ਵਕਰਮਾ ਦੀ ਪੂਜਾ ਵੀ ਸਿਰਫ ਰਸਮੀ ਤੌਰ ਤੇ ਹੀ ਪੂਰੀ ਨਹੀਂ ਹੁੰਦੀ। ਸਾਨੂੰ ਹੁਨਰ ਨੂੰ ਸਨਮਾਨ ਦੇਣਾ ਹੋਏਗਾ। ਹੁਨਰਮੰਦ ਲੋਕਾਂ ਦੇ ਲਈ ਮਿਹਨਤ ਕਰਨੀ ਹੋਏਗੀ। ਹੁਨਰਮੰਦ ਹੋਣ ਦਾ ਮਾਣ ਹੋਣਾ ਚਾਹੀਦਾ ਹੈ। ਜਦੋਂ ਅਸੀਂ ਕੁਝ ਨਾ ਕੁਝ ਨਵਾਂ ਕਰੀਏ, ਕੁਝ ਇਨੋਵੇਟ ਕਰੀਏ, ਕੁਝ ਅਜਿਹੀ ਰਚਨਾ ਕਰੀਏ ਜਿਸ ਨਾਲ ਸਮਾਜ ਦਾ ਹਿੱਤ ਹੋਵੇ, ਲੋਕਾਂ ਦਾ ਜੀਵਨ ਆਸਾਨ ਬਣੇ, ਤਾਂ ਸਾਡੀ ਵਿਸ਼ਵਕਰਮਾ ਪੂਜਾ ਸਾਰਥਕ ਹੋਏਗੀ। ਅੱਜ ਦੁਨੀਆ ਵਿੱਚ ਸਕਿੱਲਡ ਲੋਕਾਂ ਦੇ ਲਈ ਮੌਕਿਆਂ ਦੀ ਕਮੀ ਨਹੀਂ ਹੈ। ਤਰੱਕੀ ਦੇ ਕਿੰਨੇ ਸਾਰੇ ਰਾਹ ਅੱਜ ਸਕਿੱਲਸ ਨਾਲ ਤਿਆਰ ਹੋ ਰਹੇ ਨੇ। ਤਾਂ ਆਓ, ਇਸ ਵਾਰ ਅਸੀਂ ਭਗਵਾਨ ਵਿਸ਼ਵਕਰਮਾ ਦੀ ਪੂਜਾ ਅਤੇ ਆਸਥਾ ਦੇ ਨਾਲ-ਨਾਲ ਉਨ੍ਹਾਂ ਦੇ ਸੰਦੇਸ਼ ਨੂੰ ਵੀ ਅਪਣਾਉਣ ਦਾ ਸੰਕਲਪ ਕਰੀਏ। ਸਾਡੀ ਪੂਜਾ ਦਾ ਭਾਵ ਇਹੀ ਹੋਣਾ ਚਾਹੀਦਾ ਹੈ ਕਿ ਅਸੀਂ ਸਕਿੱਲ ਦੇ ਮਹੱਤਵ ਨੂੰ ਸਮਝਾਂਗੇ ਅਤੇ ਸਕਿੱਲਡ ਲੋਕਾਂ ਨੂੰ, ਭਾਵੇਂ ਉਹ ਕੋਈ ਵੀ ਕੰਮ ਕਰਦਾ ਹੋਵੇ, ਉਨ੍ਹਾਂ ਨੂੰ ਪੂਰਾ ਸਨਮਾਨ ਦਿਆਂਗੇ। ਮੇਰੇ ਪਿਆਰੇ ਦੇਸ਼ਵਾਸੀਓ, ਇਹ ਸਮਾਂ ਆਜ਼ਾਦੀ ਦੇ 75ਵੇਂ ਸਾਲ ਦਾ ਹੈ। ਇਸ ਸਾਲ ਤਾਂ ਅਸੀਂ ਹਰ ਦਿਨ ਨਵੇਂ ਸੰਕਲਪ ਲੈਣੇ ਨੇ, ਨਵਾਂ ਸੋਚਣਾ ਹੈ, ਕੁਝ ਨਵਾਂ ਕਰਨ ਦਾ ਆਪਣਾ ਜਜ਼ਬਾ ਵਧਾਉਣਾ ਹੈ। ਸਾਡਾ ਭਾਰਤ ਹੁਣ ਆਜ਼ਾਦੀ ਦੇ 100 ਸਾਲ ਪੂਰੇ ਕਰੇਗਾ। ਉਦੋਂ
ਸਾਡੇ ਸੰਕਲਪ ਹੀ ਉਸ ਦੀ ਸਫਲਤਾ ਦੀ ਬੁਨਿਆਦ ਵਿੱਚ ਨਜ਼ਰ ਆਉਣਗੇ। ਇਸ ਲਈ ਅਸੀਂ ਇਹ ਮੌਕਾ ਜਾਣ ਨਹੀਂ ਦੇਣਾ। ਅਸੀਂ ਇਸ ਵਿੱਚ ਆਪਣਾ ਜ਼ਿਆਦਾ ਤੋਂ ਜ਼ਿਆਦਾ ਯੋਗਦਾਨ ਦੇਣਾ ਹੈ ਅਤੇ ਇਨ੍ਹਾਂ ਕੋਸ਼ਿਸ਼ਾਂ ਦੇ ਵਿਚਕਾਰ ਅਸੀਂ ਇੱਕ ਗੱਲ ਹੋਰ ਯਾਦ ਰੱਖਣੀ ਹੈ, ਦਵਾਈ ਵੀ, ਕੜਾਈ ਵੀ। ਦੇਸ਼ ਵਿੱਚ 62 ਕਰੋੜ ਤੋਂ ਜ਼ਿਆਦਾ ਵੈਕਸੀਨ ਦੀ ਡੋਜ਼ ਦਿੱਤੀ ਜਾ ਚੁੱਕੀ ਹੈ, ਲੇਕਿਨ ਫਿਰ ਵੀ ਅਸੀਂ ਸਾਵਧਾਨੀ ਰੱਖਣੀ ਹੈ, ਸਤਰਕ ਰਹਿਣਾ ਹੈ ਅਤੇ ਹਾਂ, ਹਮੇਸ਼ਾ ਦੀ ਤਰ੍ਹਾਂ ਜਦੋਂ ਵੀ ਕੁਝ ਨਵਾਂ ਕਰੋ, ਨਵਾਂ ਸੋਚੋ, ਤਾਂ ਉਸ ਵਿੱਚ ਮੈਨੂੰ ਵੀ ਜ਼ਰੂਰ ਸ਼ਾਮਿਲ ਕਰਨਾ। ਮੈਨੂੰ ਤੁਹਾਡੀਆਂ ਚਿੱਠੀਆਂ ਅਤੇ ਮੈਸੇਜਿਜ਼ ਦਾ ਇੰਤਜ਼ਾਰ ਰਹੇਗਾ। ਇਸੇ ਕਾਮਨਾ ਦੇ ਨਾਲ ਤੁਹਾਨੂੰ ਆਉਣ ਵਾਲੇ ਪੁਰਬਾਂ ਦੀਆਂ ਇੱਕ ਵਾਰ ਫੇਰ ਢੇਰਾਂ ਵਧਾਈਆਂ। ਬਹੁਤ-ਬਹੁਤ ਧੰਨਵਾਦ। ਨਮਸਕਾਰ।